ਹਸਤ ਖੇਲਤ ਤੇਰੇ ਦਿਉਰੇ ਆਇਆ ਅਗਲਾ ਵਿਅੰਗ। ਸੰਗਤਾਂ ਦੀ ਪੁਰਜੋਰ ਮੰਗ ਤੇ ਜਥੇਦਾਰ ਜੀ ਇੱਕ ਵਾਰੀ ਨਾਗਪੁਰ ਗਏ ਸਨ। ਖੁਦ ਏਸੀ ਵਾਲੇ ਡੱਬੇ ਵਿੱਚ ਉਹਨਾਂ ਨੇ ਸੀਟ ਬੁੱਕ ਕਰਵਾਈ। ਅਸੀਂ 3 ਸੇਵਾਦਾਰ ਆਮ ਜਿਹੇ ਡੱਬੇ ਵਿੱਚ ਧੱਕੇ ਖਾਂਦੇ ਪਸੀਨਾ ਬਹਾਉਂਦੇ ਪਹੁੰਚੇ। ਨਾਗਪੁਰ ਰੇਲਵੇ ਸਟੇਸ਼ਨ ਤੇ ਅਕਾਲ ਤਖਤ ਦੇ ਜਥੇਦਾਰ ਦੇ ਸਵਾਗਤ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਰਧਾਵਾਨ ਸੰਗਤਾਂ ਪਹੁੰਚੀਆਂ ਹੋਈਆਂ ਸਨ। ਨੌਜਵਾਨ ਲੜਕੇ ਲੜਕੀਆਂ ਦੀਆਂ ਇੱਕੋ ਜਿਹੀਆਂ ਵਰਦੀਆਂ ਪੁਸ਼ਾਕਾਂ ਪਹਿਨੀਆਂ ਹੋਈਆਂ, ਸਾਰਿਆਂ ਦੇ ਹੱਥਾਂ ਵਿੱਚ ਛੋਟੇ ਛੋਟੇ ਕੇਸਰੀ ਝੰਡੇ ਫੜੇ ਹੋਏ। 50 ਮੋਟਰਸਾਈਕਲ ਵਾਲੇ ਸਿੱਖ ਨੌਜਵਾਨਾਂ ਦਾ ਕਾਫਲਾ ਜਥੇਦਾਰ ਦੀ ਕਾਰ ਦੇ ਅੱਗੇ ਲੱਗਣ ਵਾਸਤੇ ਤਿਆਰ ਬਰ ਤਿਆਰ ਖਲੋਤਾ ਹੈ। ਬੈਂਡ ਬਾਜੇ ਵਾਲੇ ਆਪਣੀਆਂ ਮਧੁਰ ਧੁਨਾਂ ਬਖੇਰ ਰਹੇ ਸਨ। ਵੀਡੀਓ ਕੈਮਰੇ ਫਿਲਮਾਂ ਬਣਾਉਣ ਲਈ ਲੱਗੇ ਹੋਏ ਸਨ। ਜਿਸ ਰਸਤੇ ਤੋਂ ਦੀ ਜਥੇਦਾਰ ਨੇ ਲੰਘਣਾ ਸੀ, ਸਾਰੇ ਖੰਭਿਆਂ ਤੇ ਝੰਡੀਆਂ ਲੱਗੀਆਂ ਹੋਈਆਂ ਸਨ। ਰਾਹ ਵਿਚਲੇ ਚੌਂਕ ਸ਼ਿੰਗਾਰੇ ਹੋਏ ਸਨ। ਜਥੇਦਾਰ ਉੱਤੇ ਫੁੱਲਾਂ ਦੀ ਵਰਖਾ ਕਰਨ ਲਈ ਫੁੱਲਾਂ ਦਾ ਚੂਰਾ ਬਣਾ ਕੇ ਟੋਕਰੇ ਭਰੇ ਹੋਏ ਸਨ। ਸੜਕਾਂ ਸਾਫ਼ ਕਰਕੇ ਪਾਣੀ ਛਿੜਕਿਆ ਹੋਇਆ ਸੀ। ਆਪਣੇ ਲਈ ਇੰਨਾ ਕੁਝ ਹੋਇਆ ਵੇਖ ਕੇ ਬੰਦੇ ਦਾ ਹੰਕਾਰ ਵਿੱਚ ਫੁੱਲਣਾ ਫਿਰ ਤਾਂ ਸੁਭਾਵਿਕ ਹੀ ਹੈ ਕਿ ਮੈਂ ਸੱਚਮੁੱਚ ਇੰਨਾ ਮਹਾਨ ਹਾਂ। ਨਾਗਪੁਰ ਗੱਡੀ ਪਹੁੰਚਣ ਤੋਂ ਪਹਿਲਾਂ ਜਥੇਦਾਰ ਨੇ ਸੋਹਣੀ ਦਸਤਾਰ ਸਜਾਈ, ਅਟੈਚੀ ਵਿੱਚੋਂ ਕੱਢ ਕੇ ਸਫੈਦ ਚੋਲਾ ਤੇ ਪਜਾਮੀ ਪਾਈ, ਗਲ ਵਿੱਚ ਚਮਕਦਾ ਹਜੂਰੀਆ ਪਾਇਆ, ਹੱਥਾਂ ਵਿੱਚ 3 ਫੁੱਟੀ ਕਿਰਪਾਨ ਪਕੜੀ। ਵਾਹ ਕਿਆ ਬਾਤ ਹੈ, ਕਿਸੇ ਮਹਾਰਾਜੇ ਤੋਂ ਘੱਟ ਨਹੀਂ ਲੱਗ ਰਿਹਾ ਸੀ ਸਾਡਾ ਜਥੇਦਾਰ। ਗੱਡੀ ਸਟੇਸ਼ਨ ਤੇ ਜਾ ਕੇ ਰੁਕ ਗਈ। ਕੁਝ ਬਹੁਤੇ ਕਾਲੇ ਨੌਜਵਾਨ ਸਵਾਗਤ ਵਾਸਤੇ ਗੱਡੀ ਦੇ ਅੰਦਰ ਹੀ ਦਾਖਲ ਹੋ ਗਏ। ਕੈਮਰੇ ਵਾਲੇ ਫੋਟੋਆਂ ਲੈ ਰਹੇ ਸਨ। ਹਰ ਕੋਈ ਜਥੇਦਾਰ ਦੇ ਨੇੜੇ ਲੱਗ ਕੇ ਫੋਟੋ ਖਿਚਾਉਣੀ ਚਾਹੁੰਦਾ ਸੀ। ਭੀੜ ਦੇ ਵਿੱਚੋਂ ਦੀ ਔਖੇ ਹੋ ਕੇ ਜਥੇਦਾਰ ਜੀ ਬਾਹਰ ਆ ਰਹੇ ਸਨ। ਜੈਕਾਰੇ ਗੂੰਜ ਰਹੇ ਸਨ, ਝੰਡੇ ਲਹਿਰਾ ਰਹੇ ਸਨ, ਤਰਥੱਲੀ ਮਚੀ ਹੋਈ ਸੀ। ਜਥੇਦਾਰ ਬੁਰੀ ਤਰ੍ਹਾਂ ਸਾਰੇ ਬੰਨਿਓ ਦਬਾਅ ਵਿੱਚ ਆ ਰਿਹਾ ਸੀ। ਆ ਕੀ ਇੱਕ ਜ਼ੋਰਦਾਰ ਧੱਕਾ ਵੱਜਿਆ। ਭੀੜ ਵਿੱਚ ਧੱਕਾ ਕਰਕੇ ਅੱਗੇ ਵਧ ਰਹੇ ਲੋਕਾਂ ਦੇ ਪੈਰ ਉਖੜ ਗਏ। ਜਿੱਥੇ ਹੋਰ ਕਿੰਨੇ ਸਾਰੇ ਮਾਈ ਭਾਈ ਧੜਮ ਕਰਕੇ ਡਿੱਗੇ, ਨਾਲੇ ਜਥੇਦਾਰ ਜੀ ਵੀ ਇਹਨਾਂ ਦੇ ਹੇਠਾਂ ਆ ਕੇ ਧੜਮ ਕਰਕੇ ਡਿੱਗ ਕੇ ਥੱਲੇ ਦਬ ਗਏ। ਹਫੜਾ ਦਬੜੀ ਵਿੱਚ ਰੌਲੇ ਗੌਲੇ ਵਿੱਚ ਲੰਮੀ ਜਦੋਜਹਿਦ ਤੋਂ ਬਾਅਦ ਜਥੇਦਾਰ ਜੀ ਨੂੰ ਭੀੜ ਨੇ ਲੱਭਿਆ। ਦਬੇ ਹੋਏ ਨੂੰ ਬਾਹਰ ਕੱਢਿਆ। ਕੱਪੜੇ ਮੈਲੇ ਹੋ ਗਏ, ਪੱਗ ਲੱਥ ਗਈ, ਸਰੀਰ ਤੇ ਕਈ ਸਾਰੀਆਂ ਰਗੜਾਂ ਲੱਗ ਗਈਆਂ। ਅਸੀਂ ਸੇਵਾਦਾਰਾਂ ਨੇ ਹਿੰਮਤ ਕਰਕੇ ਲੋਕਾਂ ਨੂੰ ਧੱਕਾ ਮੁੱਕੀ ਕਰਕੇ ਪਾਸੇ ਕਰਦਿਆਂ ਜਥੇਦਾਰ ਤੱਕ ਪਹੁੰਚ ਕੇ ਉਹਨੂੰ ਸੁਰੱਖਿਆ ਦਿੱਤੀ। ਹਜੂਮ ਨੂੰ ਪਿੱਛੇ ਹਟਣ ਲਈ ਉੱਚੀ ਆਵਾਜ਼ ਵਿੱਚ ਲਲਕਾਰਾ ਮਾਰਿਆ। ਜਥੇਦਾਰ ਜੀ ਵਿੱਚੋਂ ਹੀ ਬੋਲ ਪਏ, ਭਾਈ ਇੰਦਰ ਸਿੰਘ, ਇਹਨਾਂ ਨੂੰ ਕੁਝ ਨਹੀਂ ਕਹਿਣਾ। ਵੇਖੋ ਨਾ ਸਾਰੇ ਕਿੰਨੇ ਸ਼ਰਧਾਵਾਨ ਨੇ, ਇੱਕ ਦੂਜੇ ਤੋਂ ਵੱਧ ਨੇੜੇ ਹੋਣਾ ਚਾਹੁੰਦੇ ਨੇ, ਫੋਟੋ ਖਿਚਵਾਣੀ ਚਾਹੁੰਦੇ ਹਨ। ਭੀੜਾਂ ਵਿੱਚ ਇਸ ਤਰ੍ਹਾਂ ਹੋ ਹੀ ਜਾਂਦਾ ਹੈ। ਅਸੀਂ ਸੇਵਾਦਾਰ ਸਾਰੇ ਪਿੱਛੇ ਹਟ ਗਏ। ਜਥੇਦਾਰ ਨੂੰ ਸੰਭਾਲ ਕੇ ਨੇੜੇ ਦੀ ਇੱਕ ਦੁਕਾਨ ਵਿੱਚ ਲੈ ਗਏ। ਉੱਥੇ ਦੁਬਾਰਾ ਦਸਤਾਰ ਸਜਾਈ ਗਈ, ਕੱਪੜੇ ਝਾੜ ਕੇ ਪਹਿਨਾਏ ਗਏ, ਹੱਥ ਮੂੰਹ ਧੁਆ ਕੇ ਅਤਰ ਫਲੇਲ ਛਿੜਕ ਕੇ ਫੁੱਲਾਂ ਵਾਲੀ ਗੱਡੀ ਵਿੱਚ ਬਿਠਾ ਕੇ ਜਲੂਸ ਦੀ ਸ਼ਕਲ ਵਿੱਚ ਮਹਾਨ ਜਥੇਦਾਰ ਜੀ ਨੂੰ ਟਿਕਾਣੇ ਸਿਰ ਪਹੁੰਚਾਇਆ ਗਿਆ। ਧੰਨ ਸ਼ਰਧਾ, ਧੰਨ ਸਿੱਖੀ ਤੇ ਧੰਨ ਸਾਡੇ ਜਥੇਦਾਰ। ਹਸਤ ਖੇਲਤ ਤੇਰੇ ਦਿਉਰੇ ਆਇਆ ਅਗਲਾ ਵਿਅੰਗ। ਇਸ ਦਿਨ ਨਾਗਪੁਰ ਪਹੁੰਚ ਕੇ ਜਥੇਦਾਰ ਜੀ ਨੇ ਸੰਗਤਾਂ ਨੂੰ ਕਿਸੇ ਸੇਵਕ ਦੇ ਘਰ ਬੈਠ ਕੇ ਦਰਸ਼ਨ ਦਿੱਤੇ। ਸਾਰਿਆਂ ਨੂੰ ਗੱਲੀ ਬਾਤੀ ਖੁਸ਼ ਕਰਕੇ ਤੋਰਿਆ। ਉਧਰ ਵੱਡੇ ਦੁਕਾਨਦਾਰ, ਵਪਾਰੀ ਅਤੇ ਟਰਾਂਸਪੋਰਟਰ ਸਿੱਖ ਹਨ। ਪੈਸੇ ਵੱਲੋਂ ਕੋਈ ਤੰਗੀ ਨਹੀਂ। ਇਸੇ ਕਾਰਨ ਹਰ ਕਿਸੇ ਨੂੰ ਮਾਇਆ ਅਰਪਣ ਕਰਕੇ ਧਰਮ ਖਰੀਦ ਲੈਂਦੇ ਹਨ ਅਤੇ ਮਹਾਨ ਧਰਮੀ ਬਣ ਜਾਂਦੇ ਹਨ। ਅਗਲੇ ਦਿਨ ਜਥੇਦਾਰ ਨੇ ਉਧਰਲੇ ਪੱਤਰਕਾਰਾਂ ਨੂੰ ਸੱਦ ਕੇ ਪ੍ਰੈਸ ਕਾਨਫਰੰਸ ਕੀਤੀ, ਸਵਾਲ ਜਵਾਬ ਕੀਤੇ ਤੇ ਪ੍ਰੈਸ ਕਾਨਫਰੰਸ ਤੋਂ ਬਾਅਦ ਇੱਕ ਸ਼ਰਧਾਲੂ ਸਿੱਖ ਦੇ ਬਾਰ-ਬਾਰ ਮਿੰਨਤਾਂ ਕਰਨ ਤੇ ਕਾਫਲੇ ਸਮੇਤ ਜਥੇਦਾਰ ਜੀ ਉਹ ਸਿੱਖ ਦੇ ਨਾਲ ਚੱਲ ਪਏ। ਉਸ ਸ਼ਰਧਾਲੂ ਨੇ ਚਰਨ ਪਵਾਉਣੇ ਸਨ ਅਤੇ ਜਥੇਦਾਰ ਦੀ ਚੜ੍ਹਦੀ ਕਲਾ ਤੋਂ ਹੀ ਅਰਦਾਸ ਕਰਾਉਣੀ ਸੀ ਆਪਣੇ ਕਾਰੋਬਾਰ ਵਾਸਤੇ। ਗੱਡੀਆਂ ਦਾ ਕਾਫਲਾ ਇੱਕ ਆਲੀਸ਼ਾਨ ਹੋਟਲ ਦੇ ਅੱਗੇ ਜਾ ਰੁਕਿਆ। ਸਾਰੇ ਉੱਤਰ ਕੇ ਹੋਟਲ ਦੇ ਖੁੱਲ੍ਹੇ ਹਾਲ ਵਿੱਚ ਜਾ ਪਹੁੰਚੇ। ਸਾਰਿਆਂ ਵਾਸਤੇ ਖਾਣ ਪੀਣ ਦਾ ਸਮਾਨ ਆਉਂਦਾ ਰਿਹਾ। ਲੋੜ ਮੁਤਾਬਕ ਸਾਰੇ ਛਕਦੇ ਰਹੇ। ਇਸੇ ਦੌਰਾਨ ਹੋਟਲ ਦਾ ਮਾਲਕ ਸ਼ਰਧਾਲੂ ਸਿੱਖ ਨੇ ਜਥੇਦਾਰ ਜੀ ਨੂੰ ਦੱਸਣਾ ਸ਼ੁਰੂ ਕੀਤਾ, ਜਥੇਦਾਰ ਸਾਹਿਬ ਜੀ,
ਗੁਰੂ ਮਹਾਰਾਜ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ। ਉਸੇ ਦੀ ਬਖਸ਼ਿਸ਼ ਦੁਆਰਾ ਇਹ ਹੋਟਲ ਉਸਰਿਆ ਹੈ। ਹਾਲੀ ਵਿਧੀ ਪੂਰਵਕ ਇਸ ਦਾ ਉਦਘਾਟਨ ਨਹੀਂ ਕੀਤਾ। ਬਹੁਤ ਦੇਰ ਤੋਂ ਮੈਂ ਤੁਹਾਡੀ ਉਡੀਕ ਕਰ ਰਿਹਾ ਸਾਂ ਕਿ ਉਦਘਾਟਨੀ ਅਰਦਾਸ ਪੰਥ ਦੇ ਸ਼੍ਰੋਮਣੀ ਜਥੇਦਾਰ ਜੀ ਤੋਂ ਕਰਾਉਣੀ ਹੈ। ਮੈਂ ਬੜਾ ਖੁਸ਼ਕਿਸਮਤ ਹਾਂ। ਉਹ ਸੁਭਾਗਾ ਦਿਨ ਅੱਜ ਆਣ ਢੁੱਕਿਆ ਹੈ। ਅਸੀਂ ਗੁਰੂ ਸਾਹਿਬ ਜੀ ਤੇ ਪੂਰਨ ਸ਼ਰਧਾ ਰੱਖਦੇ ਹਾਂ। ਕਾਰੋਬਾਰ ਕੋਈ ਵੀ ਕਰੀਏ ਆਸ਼ੀਰਵਾਦ ਸਤਿਗੁਰੂ ਤੋਂ ਹੀ ਪ੍ਰਾਪਤ ਕਰਦੇ ਹਾਂ। ਆਹ ਵੇਖੋ ਨਾ, ਅਸੀਂ ਆਪਣੇ ਹੋਟਲ ਵਿੱਚ ਇੱਕ ਕਮਰਾ ਗੁਰੂ ਮਹਾਰਾਜ ਦੇ ਪ੍ਰਕਾਸ਼ ਲਈ ਤਿਆਰ ਕੀਤਾ ਹੋਇਆ ਹੈ। ਪਿਛਲੇ 1 ਮਹੀਨੇ ਤੋਂ ਸਹਿਜ ਪਾਠ ਵੀ ਅਸੀਂ ਇੱਥੇ ਹੀ ਰਖਵਾਏ ਹੋਏ ਹਨ। ਅੱਜ ਪਾਠ ਦੀ ਸੰਪੂਰਨਤਾ ਅਤੇ ਕਾਰੋਬਾਰ ਦੀ ਚੜ੍ਹਦੀ ਕਲਾ ਲਈ ਤੁਹਾਡੇ ਕੋਲੋਂ ਅਰਦਾਸ ਕਰਾਉਣੀ ਹੈ। ਇਹ ਸੁਭਾਗਾ ਦਿਨ ਸਾਨੂੰ ਮਸੀਂ ਮਿਲਿਆ ਹੈ। ਜਥੇਦਾਰ ਬੋਲਿਆ, ਇਸ ਹੋਟਲ ਵਿੱਚ ਸਿਗਰਟ ਬੀੜੀ ਵਿਕੇਗੀ ਤੇ ਪੀਤੀ ਜਾਵੇਗੀ। ਇੱਥੇ ਸ਼ਰਾਬ ਦੇ ਖੁੱਲ੍ਹੇ ਗੱਫੇ ਵਰਤਾਏ ਜਾਣਗੇ। ਇੱਥੇ ਵੇਸ਼ਵਾ ਗਮਨੀ ਵੀ ਹੋਵੇਗੀ, ਹੈ ਨਾ? ਹੋਟਲ ਮਾਲਕ ਬੋਲਿਆ, ਜੀ ਹਾਂ, ਜੋ ਕੁਝ ਹੋਟਲ ਵਿੱਚ ਆਏ ਗਾਹਕਾਂ ਦੀ ਮੰਗ ਹੁੰਦੀ ਹੈ ਉਹ ਅਸੀਂ ਪੂਰੀ ਕਰਨੀ ਹੀ ਹੁੰਦੀ ਹੈ। ਅਗਰ ਕਮਾਈ ਨਾ ਕਰ ਸਕੇ ਫਿਰ ਏਡੀ ਵੱਡੀ ਬਿਲਡਿੰਗ ਤੇ ਕਰੋੜਾਂ ਰੁਪਏ ਬਰਬਾਦ ਕਰਨ ਦਾ ਫਾਇਦਾ ਕੀ ਹੋਇਆ? ਜਥੇਦਾਰ ਬੋਲਿਆ, ਗੁਰਮੁਖ ਪਿਆਰਿਓ, ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਥੇ ਕੀਤਾ ਹੈ, ਪਰ ਇਹ ਕਿਉਂ ਕੀਤਾ ਹੈ? ਹੋਟਲ ਮਾਲਕ ਕਹਿਣ ਲੱਗਿਆ, ਇੱਥੇ ਬਹੁਤ ਸਾਰੇ ਸਿੱਖ ਬੱਚਿਆਂ ਦੇ ਆਨੰਦ ਕਾਰਜ ਵੀ ਹੋਣਗੇ। ਸਾਨੂੰ ਗੁਰੂ ਗ੍ਰੰਥ ਸਾਹਿਬ ਹਰ ਵਾਰੀ ਗੁਰਦੁਆਰਿਓਂ ਲਿਆਉਣ ਵਾਸਤੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇੱਥੇ ਹੀ ਮਹਾਰਾਜ ਦਾ ਇੱਕ ਕਮਰਾ ਅਸੀਂ ਬਣਾ ਦਿੱਤਾ ਹੈ ਤੇ ਮਹਾਰਾਜ ਜੀ ਇੱਥੇ ਟਿਕਾ ਦਿੱਤੇ ਨੇ। ਜਥੇਦਾਰ ਬੋਲਿਆ, ਤੁਸੀਂ ਇਹ ਕਿਵੇਂ ਸੋਚ ਲਿਆ ਕਿ ਸਿੱਖ ਕੌਮ ਦੀ ਮਹਾਨ ਹਸਤੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਜਿਹੇ ਥਾਂ ਤੇ ਅਰਦਾਸ ਕਰੇਗਾ ਜਿੱਥੇ ਸਾਰੇ ਕੰਮ ਗੁਰਮਤਿ ਤੋਂ ਉਲਟ ਹੁੰਦੇ ਹਨ? ਕੱਲ ਨੂੰ ਅਖਬਾਰਾਂ ਵਿੱਚ ਖਬਰਾਂ ਛਪਣਗੀਆਂ, ਮੇਰੀ ਕੀ ਇੱਜ਼ਤ ਰਹਿ ਜਾਵੇਗੀ? ਸ਼ਰਧਾਲੂ ਸਿੱਖ ਨੇ ਜਥੇਦਾਰ ਦੇ ਕੰਨ ਵਿੱਚ ਹੌਲੀ ਦੇ ਕੇ ਕੁਝ ਆਖਿਆ। ਹੌਲੀ ਹੌਲੀ ਸਾਡੇ ਤੋਂ ਪਰੇ ਲੈ ਗਿਆ। ਨੋਟਾਂ ਦਾ ਭਰਿਆ ਵੱਡਾ ਲਿਫਾਫਾ ਆਪਣੀ ਜੇਬ ਵਿੱਚੋਂ ਕੱਢਿਆ ਤੇ ਜਥੇਦਾਰ ਦੇ ਹੱਥ ਤੇ ਟਿਕਾ ਦਿੱਤਾ। ਨਾਲ ਹੀ ਕਹਿਣ ਲੱਗਿਆ, ਜਥੇਦਾਰ ਜੀ, ਲਿਆਂਦਾ ਤਾਂ ਇਹ ਲਿਫਾਫਾ ਮੈਂ ਤੁਹਾਡੇ ਲਈ ਸੀ, ਪਰ ਫਰਕ ਇੰਨਾ ਕੁ ਹੈ ਕਿ ਅਸੀਂ ਬਾਅਦ ਵਿੱਚ ਦੇਣਾ ਦਾ ਮਨ ਬਣਾਇਆ ਹੋਇਆ ਸੀ। ਚਲੋ ਹੁਣ ਪਹਿਲਾਂ ਹੀ ਦੇ ਦਿੰਦੇ ਹਾਂ। ਜਥੇਦਾਰ ਦੇ ਬੁੱਲ੍ਹਾਂ ਤੇ ਮਿੰਨੀ ਮਿੰਨੀ ਮੁਸਕਰਾਹਟ ਫੈਲ ਗਈ। ਬੜੇ ਪਿਆਰ ਭਰੇ ਢੰਗ ਨਾਲ ਆਖਣ ਲੱਗਿਆ, ਗੁਰਮੁਖੋ, ਜਰਾ ਖਿਆਲ ਰੱਖਿਆ ਕਰੋ, ਸਾਡੀਆਂ ਵੀ ਕਈ ਮਜਬੂਰੀਆਂ ਹੁੰਦੀਆਂ ਨੇ। ਤੁਹਾਡੀ ਭਾਵਨਾ ਦੀ ਵੀ ਅਸੀਂ ਬਹੁਤ ਕਦਰ ਕਰਦੇ ਹਾਂ। ਜਥੇਦਾਰ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖਲੋ ਕੇ ਸ਼ਰਧਾਲੂ ਸਿੱਖ ਦੇ ਕਾਰੋਬਾਰ ਦੀ ਸਫਲਤਾ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਹੱਥ ਜੋੜ ਕੇ ਖਲੋ ਗਏ। ਅਰਦਾਸ ਤੋਂ ਬਾਅਦ ਖੁਦ ਹੀ ਹੁਕਮਨਾਮਾ ਲਿਆ, ਪਰਿਵਾਰ ਨੂੰ ਦੁਬਾਰਾ ਵਧਾਈ ਦਿੱਤੀ ਅਤੇ ਜਕਾਰਾ ਗਜਾਇਆ। ਹੁਣ ਇਸ ਕਾਰਨਾਮੇ ਤੇ ਭਲਾ ਤੁਸੀਂ ਹੱਸੋਗੇ ਕਿ ਰੋਵੋਗੇ? ਇਹ ਸੋਚ ਕੇ ਤੁਸੀਂ ਆਪ ਦੱਸ ਦੇਣਾ। ਆਖੋ ਸਤਨਾਮ।